ਸਤਿਗੁਰਾਂ ਨੇ ਅੱਜ ਇਸ ਪਾਵਨ ਸ਼ਬਦ ਦੇ ਅੰਦਰ ਸਾਧ ਸੰਗਤ ਦੋ ਤਰ੍ਹਾਂ ਦੇ ਧਨ ਦਾ ਜ਼ਿਕਰ ਕੀਤਾ ਹੈ। ਦੋ ਤਰ੍ਹਾਂ ਦੇ ਧਨ ਹਨ, ਇੱਕ ਹੈ ਸਾਧ ਸੰਗਤ ਦਾ ਸੰਸਾਰੀ ਧਨ ਤੇ ਦੂਸਰਾ ਹੈ ਨਾਮ ਦਾ ਧਨ। ਜਾਂ ਕਹਿ ਲਓ ਕਿ ਇੱਕ ਹੈ ਪਦਾਰਥ ਤੇ ਦੂਸਰਾ ਪਾਸਾ ਹੈ ਪਰਮਾਰਥ। ਇੱਕ ਰਸਤਾ ਹੈ ਸੰਸਾਰ 'ਚ ਜ਼ਿੰਦਗੀ ਜਿਉਣ ਵਾਸਤੇ ਜੋ ਉਸ ਅਕਾਲ ਪੁਰਖ ਨੇ ਮਾਇਆ ਬਣਾਈ ਹੈ, ਤੇ ਦੂਸਰਾ ਰਸਤਾ ਹੈ ਉਸ ਵਾਹਿਗੁਰੂ ਦੇ ਨਾਮ ਦਾ ਰਸਤਾ ਜਿਹਦੇ ਉੱਤੇ ਚੱਲ ਕੇ ਮਨੁੱਖ ਉਹਦੇ ਤੱਕ ਪਹੁੰਚ ਕਰ ਲੈਂਦਾ। ਦੋ ਤਰ੍ਹਾਂ ਦੇ ਧਨਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਇੱਕ ਧਨ ਨੂੰ ਮਹਾਰਾਜ ਨੇ ਕਾਚਾ ਧਨ ਸ਼ਬਦ ਵਰਤਿਆ ਤੇ ਦੂਸਰੇ ਵਾਸਤੇ ਸਾਚਾ ਧਨ ਸ਼ਬਦ ਵਰਤਿਆ। ਕਾਚਾ ਧਨ ਪਦਾਰਥ ਵਾਸਤੇ ਵਰਤਿਆ ਮਹਾਰਾਜ ਨੇ, ਤੇ ਸਾਚਾ ਧਨ ਨਾਮ ਵਾਸਤੇ, ਬਾਣੀ ਵਾਸਤੇ ਜਿਹੜਾ ਹੈ ਉਹ ਵਰਤਿਆ। ਤੇ ਸਾਧ ਸੰਗਤ ਇੱਕ ਸੌਖੀ ਜੀ ਵਿਆਖਿਆ ਹੈ ਇਸ ਕਾਚੇ ਤੇ ਸਾਚੇ ਧਨ ਨੂੰ ਸਮਝਣ ਵਾਸਤੇ ਕਿ ਜਿਸ ਚੀਜ਼ ਨੂੰ ਦੇਖ ਕੇ ਸਾਡੇ ਮਨ ਦੇ ਅੰਦਰ ਲੋਭ ਆ ਜਾਵੇ, ਤ੍ਰਿਸ਼ਨਾ ਆ ਜਾਵੇ, ਉਹ ਕਾਚਾ ਧਨ ਹੈ। ਆ ਦੇਖਿਓ ਤੁਸੀਂ, ਆਪਾਂ ਕਿਤੇ ਸੜਕ ਤੇ ਚੱਲਦੇ ਹੋਈਏ, ਪਤਾ ਨਹੀਂ ਕਿੰਨੇ ਕੁ ਕਾਗਜ਼ ਲਿਫਾਫੇ ਸਾਡੇ ਪੈਰਾਂ ਦੇ ਨਾਲ ਟਕਰਾਉਂਦੇ ਆ, ਪਏ ਹੁੰਦੇ ਆ, ਸਾਡਾ ਜੀਅ ਨਹੀਂ ਮਚਲਦਾ, ਕੁਛ ਨਹੀਂ ਹੁੰਦਾ। ਪਰ ਜੇ ਕਿਤੇ 1000 2000 ਦਾ ਨੋਟ ਸਾਨੂੰ ਦਿਖ ਪਵੇ ਤੇ ਸਾਡਾ ਜੀਅ ਮਚਲ ਪੈਂਦਾ, ਚੁੱਕ ਕੇ ਜੇਬ 'ਚ ਪਾਉਣ ਦਾ ਯਤਨ ਕਰਦੇ ਹਾਂ, ਕਿਉਂਕਿ ਮਨ ਦੇ ਅੰਦਰ ਇੱਕ ਤ੍ਰਿਸ਼ਨਾ ਹੋ ਜਾਂਦੀ ਹੈ, ਆਸ ਹੋ ਜਾਂਦੀ ਹੈ ਕਿ ਸ਼ਾਇਦ ਇਹ ਜਿਹੜੇ ਪੈਸੇ ਹੁਣ ਜੇਬ 'ਚ ਪੈ ਜਾਣ ਤੇ ਵਰਤ ਲਵਾਂਗੇ ਕਿਤੇ। ਜਿਸ ਚੀਜ਼ ਨੂੰ ਦੇਖ ਕੇ, ਪਦਾਰਥ ਹੈ, ਪਰਿਵਾਰ ਹੈ, ਕੁਛ ਵੀ ਹੈ, ਜਿਸ ਨੂੰ ਦੇਖ ਕੇ ਤ੍ਰਿਸ਼ਨਾ ਵੱਧਦੀ ਹੈ, ਮਨ ਕਹਿੰਦਾ ਹੈ ਕਿ ਇਹਨੂੰ ਸ਼ਾਇਦ ਇਕੱਠਾ ਕਰ ਲਵਾਂ ਤੇ ਕੁਛ ਨਾ ਕੁਛ ਪ੍ਰਾਪਤ ਹੋ ਜਾਵੇਗਾ, ਉਹ ਸਮਝ ਲਓ ਕਾਚਾ ਧਨ। ਤੇ ਸੱਚਾ ਧਨ ਸਾਧ ਸੰਗਤ ਉਹ ਧਨ ਹੈ ਜਿਹਦੇ ਨਾਲ ਸਾਡਾ ਜੀਵਨ ਤਬਦੀਲ ਹੋ ਜਾਂਦਾ, ਆਤਮਿਕ ਚਾਨਣ ਆਉਂਦਾ, ਉਹ ਸੱਚਾ ਧਨ ਹੈ। ਤੇ ਸੱਚਾ ਧਨ ਜਿਹੜਾ ਹੈ ਸਾਧ ਸੰਗਤ, ਉਹ ਹਰ ਕਿਸੇ ਦੇ ਪੱਲੇ ਨਹੀਂ ਪੈਂਦਾ, ਉਹ ਕਿਸੇ ਗੁਰਮੁਖ ਪਿਆਰੇ ਵਿਰਲੇ ਦੇ ਪੱਲੇ ਪੈਂਦਾ। ਜਿਹੜਾ ਉਸ ਪ੍ਰਭੂ ਨਾਲ, ਵਾਹਿਗੁਰੂ ਨਾਲ ਸਾਂਝ ਪਾਉਣੀ ਚਾਹੁੰਦਾ ਹੈ, ਜਿਹੜਾ ਵਡਭਾਗੀ ਹੁੰਦਾ ਹੈ, ਉਹਨੂੰ ਇਹ ਸੱਚਾ ਧਨ ਮਿਲਦਾ ਹੈ। ਆ ਕੱਚਾ ਧਨ ਤੇ ਸੰਸਾਰ ਦਾ ਹਰ ਮਨੁੱਖ ਲਈ ਫਿਰਦਾ, ਹਰ ਕਿਸੇ ਦੇ ਕੋਲ ਹੈ। ਸਤਿਗੁਰਾਂ ਨੇ ਸਾਧ ਸੰਗਤ ਪਦਾਰਥ ਨੂੰ ਜਾਂ ਧਨ ਨੂੰ ਮਾੜਾ ਨਹੀਂ ਕਿਹਾ। ਇੱਥੇ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ ਹੈ, ਮਹਾਰਾਜ ਨੇ ਕਿਹਾ ਕਾਚਾ ਧਨ ਸੰਚੈ ਮੂਰਖ ਗਵਾਰ। ਸ਼ਬਦ ਮਹਾਰਾਜ ਨੇ ਵਰਤਿਆ ਸੰਚੈ। ਸੰਚੈ ਦਾ ਅਰਥ ਹੁੰਦਾ ਸਾਧ ਸੰਗਤ ਇਕੱਠਾ ਕਰਨਾ, ਸੰਚਨਾ, ਇਕੱਠਾ ਕਰਕੇ ਰੱਖੀ ਜਾਣਾ। ਮਹਾਰਾਜ ਨੇ ਇਹ ਨਹੀਂ ਕਿਹਾ ਪਦਾਰਥ ਮਾੜਾ ਹੈ, ਸਤਿਗੁਰ ਕਹਿੰਦੇ ਇਕੱਠਾ ਕਰਨਾ ਮਾੜਾ ਹੈ। ਮਾਇਆ ਗੁਰਸਿੱਖ ਦੇ ਕੋਲ ਹੋਣੀ ਜ਼ਰੂਰੀ ਹੈ, ਧਨ ਹੋਣਾ ਜ਼ਰੂਰੀ ਹੈ, ਹਰ ਕਿਸੇ ਦੇ ਕੋਲ ਜ਼ਰੂਰੀ ਹੈ। ਸੰਸਾਰ ਦੇ ਕਾਰ ਵਿਹਾਰ ਜਿਹੜੇ ਉਹ ਮਾਇਆ ਦੇ ਨਾਲ ਹੀ ਚੱਲਦੇ ਆ, ਧਨ ਦੇ ਨਾਲ ਹੀ ਚੱਲਦੇ ਆ। ਪਰ ਸਤਿਗੁਰਾਂ ਨੇ ਕਿਹਾ ਗੁਰਸਿੱਖਾ ਇਹ ਗੱਲ ਯਾਦ ਰੱਖੀ, ਇਸ ਧਨ ਨੂੰ ਜੇਬ ਤੱਕ ਸੀਮਿਤ ਰੱਖੀ, ਦਿਮਾਗ ਤੱਕ ਨਾ ਲੈ ਕੇ ਆਈ। ਜਿਹੜਾ ਬੰਦਾ, ਜਿਹੜਾ ਮਨੁੱਖ ਇਸ ਧਨ ਨੂੰ ਆਪਣੇ ਦਿਮਾਗ ਤੱਕ ਲੈ ਕੇ ਆਉਂਦਾ ਹੈ ਨਾ, ਤੇ ਸਾਧ ਸੰਗਤ ਉਹ ਫਿਰ ਇਸ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ। ਜਦੋਂ ਮਨੁੱਖ ਨੂੰ ਪਤਾ ਲੱਗਦਾ ਨਾ ਕਿ ਮੇਰਾ ਬੈਂਕ ਬੈਲੈਂਸ ਬਹੁਤ ਉੱਚਾ ਹੈ, ਮੇਰੇ ਕੋਲ ਬਹੁਤ ਜ਼ਮੀਨ ਜਾਇਦਾਦ ਹੈ, ਦੇਖਣਾ ਉਹਦਾ ਹੰਕਾਰ ਵੀ ਬੜਾ ਹੁੰਦਾ ਹੈ। ਉਹ ਸਭ ਤੋਂ ਵੱਧ ਹੰਕਾਰ ਦੇ ਨਾਲ ਭਰਿਆ ਹੋਏਗਾ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਕਿਉਂ? ਕਿਉਂਕਿ ਧਨ ਨੂੰ ਦਿਮਾਗ ਤੱਕ ਲੈ ਗਿਆ। ਤੇ ਦਿਮਾਗ ਤੱਕ ਹੋਣਾ ਕੀ ਚਾਹੀਦਾ ਸੀ? ਗਿਆਨ, ਨਾਮ, ਬੰਦਗੀ, ਸਿਮਰਨ। ਇਹ ਦਿਮਾਗ 'ਚ ਰੱਖਣਾ ਚਾਹੀਦਾ ਸੀ, ਧਨ ਜੇਬ 'ਚ ਰੱਖਣਾ ਚਾਹੀਦਾ ਸੀ। ਤੇ ਸਾਧ ਸੰਗਤ ਗੁਰੂ ਸਾਹਿਬ ਨੇ ਇਸ ਤੋਂ ਵੀ ਅਗਲਾ ਰਸਤਾ ਸਾਨੂੰ ਦੱਸਿਆ। ਗੁਰਦੁਆਰਾ ਸਾਹਿਬ ਆਉਂਦੇ ਆ ਨਾ ਆਪਾਂ, ਤੇ ਮਹਾਰਾਜ ਨੇ ਕਿਹਾ ਗੁਰਸਿੱਖਾ ਤੇਰੀ ਜੇਬ 'ਚ ਹੀ ਨਹੀਂ ਧਨ ਹੋਵੇ, ਇਹ ਜਿਹੜਾ ਕੱਚਾ ਧਨ ਸਿਰਫ ਜੇਬ 'ਚ ਨਹੀਂ, ਤੇਰੇ ਪੈਰਾਂ 'ਚ ਹੋਵੇ। ਆ ਗੁਰੂ ਘਰ ਆਉਂਦੇ ਆ, ਦਰਸ਼ਨ ਕਰਦੇ ਆ, ਆ ਦੇਖਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆਪਾਂ ਉੱਪਰ ਹੁੰਦਾ ਹੈ, ਸਭ ਤੋਂ ਗਿਆਨ ਉੱਪਰ ਹੈ,
ਇਸੇ ਕਰਕੇ ਸਤਿਗੁਰਾਂ ਨੇ ਕਿਹਾ ਗਿਆਨ ਜਿਹੜਾ ਹੈ, ਨਾਮ ਜਿਹੜਾ ਤੇਰੇ ਦਿਮਾਗ ਦੇ ਵਿੱਚ ਹੋਵੇ। ਤੇ ਮਾਇਆ ਕਿੱਥੇ ਹੈ? ਗੁਰੂ ਕੀ ਗੋਲਕ ਕਿੱਥੇ ਹੈ? ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਤੇ ਗੁਰਸਿੱਖਾ ਜਿਹੜੀ ਇਹ ਮਾਇਆ ਹੈ, ਧਨ ਪਦਾਰਥ, ਤੇ ਤੇਰੇ ਚਰਨਾਂ ਦੇ ਵਿੱਚ ਹੋਵੇ। ਤੇ ਸਾਧ ਸੰਗਤ ਇਹਦਾ ਹੰਕਾਰ ਜਿਹੜਾ, ਇਹ ਨਾ ਸਮਝਣਾ ਕਿ ਜਿਹਦੇ ਕੋਲ ਧਨ ਪਦਾਰਥ ਜ਼ਿਆਦਾ ਸ਼ਾਇਦ ਉਸੇ ਨੂੰ ਹੁੰਦਾ। ਜਿਹਦੇ ਕੋਲ ਨਹੀਂ ਨਾ ਕੁਝ ਹੁੰਦਾ, ਦੁਖੀ ਉਹ ਵੀ ਹੈ, ਉਹ ਵੀ ਦੁਖੀ ਹੈ। ਮਹਾਰਾਜ ਨੇ ਕਿਹਾ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਪਿਰੈ ਪਰਮੰਤਾ। ਜਿਹਦੇ ਕੋਲ ਨਹੀਂ ਹੈ ਉਹ ਲੱਭਦਾ ਫਿਰਦਾ ਮਿਲ ਜਾਵੇ, ਤੇ ਜਿਹਦੇ ਕੋਲ ਹੈ ਉਹ ਕਹਿੰਦਾ ਕਿਵੇਂ ਸਾਂਭੀ ਜਾਵੇ, ਇਸ ਕਰਕੇ ਦੁਖੀ ਹੈ। ਪਰ ਮਹਾਰਾਜ ਨੇ ਕਿਹਾ ਦੋਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਅਸਲ ਜੀਵਨ ਦਾ ਰਸਤਾ ਉਹਨੂੰ ਪਤਾ ਹੁੰਦਾ ਹੈ ਜਿਹੜਾ ਦੋਵੇਂ ਇਛਾਵਾਂ ਤੋਂ ਜਿਹੜਾ ਮੁਕਤੀ ਪਾ ਲੈਂਦਾ। ਜੇ ਥੋੜਾ ਹੈ ਉਹਦੇ ਵਿੱਚ ਵੀ ਸਬਰ ਹੈ, ਜਿਹਦੇ ਕੋਲ ਉਹ ਲੱਭ ਲੈਂਦਾ ਪਰਮਾਰਥ ਨੂੰ, ਤੇ ਜਿਹਦੇ ਕੋਲ ਜ਼ਿਆਦਾ ਹੈ ਉਹ ਵੀ ਪਰਮਾਰਥ ਨੂੰ ਪਾ ਸਕਦਾ ਹੈ, ਜੇ ਕਿਤੇ ਇਸ ਧਨ ਨੂੰ ਆਪਣੇ ਦਿਮਾਗ ਤੱਕ ਨਹੀਂ, ਆਪਣੀ ਜੇਬ ਤੱਕ ਜਾਂ ਆਪਣੇ ਪੈਰਾਂ ਤੱਕ ਸੀਮਿਤ ਰੱਖ ਲਵੇ, ਉਹ ਪਾ ਸਕਦਾ ਪਰਮਾਰਥ ਨੂੰ। ਤੇ ਸਾਧ ਸੰਗਤ ਸਤਿਗੁਰਾਂ ਨੇ ਕਿਹਾ ਕਿ ਇਹ ਜਿਹੜਾ ਧਨ ਪਦਾਰਥ ਹੈ, ਜਦੋਂ ਮਨੁੱਖ ਮੇਰਾ ਕਰਕੇ ਜਾਣਦਾ ਉਦੋਂ ਮਾੜਾ ਹੈ। ਜਦੋਂ ਸੰਚਦਾ ਹੈ ਮੇਰਾ ਕਰਕੇ ਜਾਣਦਾ। ਕਈਆਂ ਨੇ ਮੇਰਾ ਕਰਕੇ ਜਾਣਿਆ, ਧਨ ਪਦਾਰਥ ਸੰਪਤੀ ਮੇਰੀ ਹੈ, ਸਾਰਾ ਕੁਝ ਮੇਰਾ ਹੈ। ਉਹਨਾਂ ਨੂੰ ਸਾਧ ਸੰਗਤ ਹੰਕਾਰ ਹੋ ਗਿਆ, ਤੇ ਕਈਆਂ ਨੇ ਛੱਡ ਦਿੱਤਾ। ਕਈ ਛੱਡ ਕੇ ਚਲੇ ਗਏ। ਉਹਨਾਂ ਛੱਡਿਆ ਪਤਾ ਕੀ ਕਹਿ ਕੇ? ਉਹਨਾਂ ਕਿਹਾ ਸਾਡਾ ਸੀ, ਅਸੀਂ ਛੱਡ ਦਿੱਤਾ। ਇਹ ਸ਼ਬਦ ਵਰਤਿਆ ਉਹਨਾਂ ਨੇ। ਭਗਤੀ ਕਰਨ ਵਾਸਤੇ ਜੰਗਲਾਂ ਵੱਲ ਨਿਕਲ ਪਏ। ਸ਼ਬਦ ਵਰਤਿਆ ਸਾਡੇ ਕੋਲ ਧਨ ਪਦਾਰਥ ਬਹੁਤ ਸੀ ਪਰ ਛੱਡ ਕੇ ਆ ਗਏ। ਸ਼ਬਦ ਸਾਡਾ ਵਰਤਿਆ ਜਾਂ ਮੇਰਾ ਵਰਤਿਆ ਕਿ ਮੇਰੇ ਕੋਲ ਧਨ ਪਦਾਰਥ ਬਹੁਤ ਸੀ, ਮੈਂ ਸੋਚਿਆ ਕੀ ਕਰਨਾ ਹੈ, ਛੱਡ ਕੇ ਸਾਰਾ ਕੁਝ ਰੱਬ ਦੀ ਭਗਤੀ 'ਚ ਲੱਗ ਜਾਂਦੇ ਆ। ਇਹ ਵੀ ਹੰਕਾਰ ਹੈ। ਮਾਇਆ ਦਾ ਤਿਆਗ ਕਰਨਾ ਤੇ ਮਾਇਆ ਨੂੰ ਆਪਣਾ ਕਹਿ ਕੇ ਤਿਆਗਣਾ, ਇਹਦੇ ਵਿੱਚ ਬੜਾ ਫਰਕ ਹੈ। ਸਤਿਗੁਰਾਂ ਨੇ ਕਿਹਾ ਮਾਇਆ ਇਸ ਤਰ੍ਹਾਂ ਨਹੀਂ ਤਿਆਗਣੀ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮਾਇਆ ਤਿਆਗ ਕੇ ਜੰਗਲਾਂ ਵੱਲ ਚੱਲ ਜਾਓ, ਨਹੀਂ। ਸਤਿਗੁਰਾਂ ਨੇ ਕਿਹਾ ਮਨ ਕਰਕੇ ਮਾਇਆ ਨੂੰ ਤਿਆਗਣਾ ਹੈ। ਮਨ ਕਰਕੇ, ਮਨ ਕਰਕੇ ਜਦੋਂ ਮਾਇਆ ਤਿਆਗ ਦਿੰਦਾ ਹੈ ਮਨੁੱਖ, ਫਿਰ ਸਤਿਗੁਰ ਕਹਿੰਦੇ ਗੱਲ ਬਣ ਸਕਦੀ ਹੈ। ਜੇ ਮਨ ਕਰਕੇ ਮਾਇਆ ਦੇ ਨਾਲ ਜੁੜਿਆ ਰਵੇ, ਆਖੇ ਮੈਂ ਧਨ ਪਦਾਰਥ ਛੱਡ ਕੇ ਤੇ ਮੈਂ ਜੰਗਲਾਂ 'ਚ ਆ ਗਿਆ, ਹੁਣ ਬੰਦਗੀ ਕਰ ਲਵਾਂ, ਮੈਂ ਛੱਡਿਆ, ਇਹਦਾ ਹੰਕਾਰ ਨਹੀਂ ਫਿਰ ਛੁੱਟਦਾ। ਇਹ ਸਭ ਤੋਂ ਵੱਡਾ ਹੰਕਾਰ ਪੈ ਜਾਂਦਾ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਸਾਧ ਸੰਗਤ, ਉਹ ਫਿਰ ਆਪਣੇ ਗ੍ਰਹਿ ਦੇ ਵਿੱਚ ਹੀ ਉਦਾਸ ਹੋ ਜਾਂਦੇ। ਭਾਵ ਉਦਾਸ ਦਾ ਭਾਵ ਹੁੰਦਾ ਹੈ ਮਾਇਆ ਕੋਲ ਹੈ ਪਰ ਉਸ ਤੋਂ ਨਿਰਲੇਪ ਹੋ ਜਾਂਦੇ। ਉਹਨਾਂ ਦੇ ਜੀਵਨ ਦੇ ਵਿੱਚ ਮਾਇਆ ਹੁੰਦੀ ਹੈ, ਵਰਤਦੇ ਆ, ਪਰ ਉਸ ਤੋਂ ਨਿਰਲੇਪ ਹੁੰਦੇ। ਉਹ ਰੱਬ ਦੇ ਪਿਆਰੇ ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਆ ਜਾਂਦਾ, ਜਿਹੜੇ ਆਪਣੇ ਦਿਮਾਗ 'ਚ ਰੱਬ ਦੀਆਂ ਗੱਲਾਂ ਲੈ ਕੇ ਚੱਲਦੇ ਆ, ਜਿਹੜੇ ਨਾਮ ਬੰਦਗੀ ਨਾਲ ਜੁੜੇ ਹੁੰਦੇ ਆ, ਉਹਨਾਂ ਦਾ ਜੀਵਨ। ਸੁਖਦੇਵ ਮੁਨੀ ਘਰੋਂ ਚੱਲਿਆ ਸਾਧ ਸੰਗਤ। ਇਹਨੇ ਸੋਚਿਆ ਰੱਬ ਦੀ ਪ੍ਰਾਪਤੀ ਵਾਸਤੇ ਬੜਿਆ ਰਿਸ਼ੀਆਂ ਮੁਨੀਆਂ ਕੋਲ ਗਿਆ। ਇਹਦੇ ਪਿਓ ਨੇ ਸਲਾਹ ਦਿੱਤੀ, ਕਹਿੰਦਾ ਹੈ ਸੁਖਦੇਵ ਤੂੰ ਇੰਨੇ ਰਿਸ਼ੀਆਂ ਮੁਨੀਆਂ ਦੇ ਕੋਲ ਗਿਆ ਹੈ, ਤੂੰ ਜੇ ਜਨਕ ਰਾਜੇ ਕੋਲ ਜਾ, ਕੀ ਪਤਾ ਤੇਰੀ ਗੱਲ ਬਣ ਜਾਵੇ, ਕੀ ਪਤਾ ਉਹਦੇ ਕੋਲ ਜਾ ਕੇ ਤੈਨੂੰ ਰੱਬ ਦੀ ਪ੍ਰਾਪਤੀ ਹੋ ਜੇ। ਸੁਖਦੇਵ ਮੁਨੀ ਦਾ ਮਨ ਨਾ ਮੰਨੇ, ਕਹਿੰਦਾ ਕਿ ਜੇ ਇੰਨੇ ਵੱਡੇ ਵੱਡੇ ਤਿਆਗੀ ਜਿਹੜੇ ਉਹ ਮੈਨੂੰ ਕੁਛ ਨਹੀਂ ਸਿਖਾ ਸਕੇ, ਰੱਬ ਨਾਲ ਨਹੀਂ ਜੋੜ ਸਕੇ, ਤੇ ਇੱਕ ਰਾਜਾ ਮੈਨੂੰ ਕੀ ਸਿਖਾਏਗਾ, ਉਹ ਤੋਂ ਮੈਨੂੰ ਕੀ ਪ੍ਰਾਪਤ ਹੋਏਗਾ। ਚਲੋ ਆਪਣੇ ਪਿਓ ਦੀ ਗੱਲ ਮੰਨੀ ਇਹਨੇ। ਸੁਖਦੇਵ ਮੁਨੀ ਨੇ ਚੱਲ ਪਿਆ ਹੈ। ਕੀ ਦੇਖਦਾ ਹੈ ਰਾਜੇ ਦੇ ਮਹਿਲ 'ਚ ਜਾ ਕੇ, ਜਨਕ ਦੇ ਮਹਿਲ 'ਚ, ਕਿ ਜਨਕ ਜਿਹੜਾ ਬੜਾ ਭੋਗ ਵਿਲਾਸ ਦੇ ਵਿੱਚ ਵਿਅਸਤ ਹੈ, ਧਨ ਪਦਾਰਥ ਬਹੁਤ ਹੈ, 36 ਪ੍ਰਕਾਰ ਦਾ ਪ੍ਰਸ਼ਾਦਾ ਪਾਣੀ ਛਕਣ ਨੂੰ ਮਿਲਦਾ ਹੈ। ਇਹਦਾ ਸੁਖਦੇਵ ਮੁਨੀ ਦਾ ਮਨ ਤਬਦੀਲ ਹੋ ਗਿਆ। ਆਇਆ ਸੀ ਮਿਲਣ ਵਾਸਤੇ ਜਨਕ ਰਾਜੇ ਨੂੰ, ਪਰ ਜਦੋਂ ਦੇਖਿਆ ਤੇ ਮਨ ਤਬਦੀਲ ਹੋ ਗਿਆ। ਕਹਿੰਦਾ ਇਹਨੇ ਮੈਨੂੰ ਕੀ ਦੇਣਾ, ਇਹਦੇ ਕੋਲ ਕੀ, ਰੱਬ ਦਾ ਨਾਮ ਇਹਦੇ ਕੋਲ ਕਿੱਥੇ ਹੋਣਾ, ਇੰਨਾ ਭੋਗੀ, ਇੰਨਾ ਵਿਲਾਸੀ, ਇੰਨਾ ਕੁਛ ਧਨ ਪਦਾਰਥ, ਇਹਨੇ ਮੈਨੂੰ ਕੀ ਦੇਣਾ। ਮੁੜਨ ਲੱਗਿਆ ਵਾਪਸ ਬਿਨਾਂ ਕਿਸੇ ਗੱਲਬਾਤ ਕਰਨ ਤੋਂ। ਵਾਪਸ ਮੁੜਨ ਲੱਗਾ ਤੇ ਰਾਜੇ ਜਨਕ ਨੇ ਆਵਾਜ਼ ਮਾਰ ਲਈ, ਕਹਿੰਦਾ ਮੁਨੀ ਜੀ ਰੱਬ ਦੀ ਪ੍ਰਾਪਤੀ ਵਾਸਤੇ ਆਏ ਹੋ, ਇੰਨੀ ਛੇਤੀ ਵਾਪਸ ਚੱਲੇ ਹੋ, ਨਹੀਂ ਮਨ ਮੰਨਦਾ।
ਤੇ ਸੁਖਦੇਵ ਮੁਨੀ ਕਹਿੰਦਾ ਨਹੀਂ ਜੀ, ਮੇਰਾ ਨਹੀਂ ਤੁਹਾਡੇ ਤੇ ਮਨ ਮੰਨਿਆ, ਰੀਝਿਆ ਨਹੀਂ ਮੇਰਾ ਮਨ। ਰਾਜਾ ਜਨਕ ਕਹਿੰਦਾ ਚੱਲ ਠੀਕ ਹੈ, ਤੇਰਾ ਨਹੀਂ ਮਨ ਮੰਨਦਾ, ਫੇਰ ਕਿਹੜੀ ਗੱਲ ਹੈ, ਤੂੰ ਇੰਜ ਕਰ, ਅੱਜ ਦੀ ਰਾਤ ਮੇਰੇ ਕੋਲ ਰੁਕ ਪਿਆ ਤੇ ਕੱਲ ਨੂੰ ਜਿਹੜਾ ਹੈ ਚਲਾ ਜਾਈ, ਕਿਉਂਕਿ ਪੁਰਾਣੇ ਸਮਿਆਂ 'ਚ ਰਸਤੇ ਇਸ ਤਰ੍ਹਾਂ ਦੇ ਹੁੰਦੇ ਸਨ। ਕਹਿੰਦਾ ਐਵੇਂ ਜੰਗਲ 'ਚ ਕੋਈ ਲੁੱਟ ਲੂ ਤੈਨੂੰ, ਰਾਤ ਮੇਰੇ ਕੋਲ ਠਹਿਰ। ਸੁਖਦੇਵ ਮੁਨੀ ਨੇ ਗੱਲ ਸਮਝ ਲਈ, ਕਹਿੰਦਾ ਚਲੋ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ। ਐਲਕਾਰਾਂ ਨੂੰ ਆਖਿਆ ਜਨਕ ਰਾਜੇ ਨੇ ਵੀ ਜਿਹੜਾ ਕਮਰਾ ਮਹਿਮਾਨਾਂ ਵਾਸਤੇ ਸਜਾਉਣੇ ਆ, ਉੱਥੇ ਚੰਗੇ ਚੰਗੇ ਵਧੀਆ ਤੋਂ ਵਧੀਆ ਗੱਦਾ ਜਿਹੜਾ ਉਹ ਲਾ ਦਿੱਤਾ ਜਾਵੇ। ਸੁਖਦੇਵ ਮੁਨੀ ਵਾਸਤੇ ਲਾ ਦਿੱਤਾ। ਸੁਖਦੇਵ ਮੁਨੀ ਆਰਾਮ ਕਰਨ ਵਾਸਤੇ ਦੇਖਦਾ, ਜਦੋਂ ਹਰ ਪਾਸੇ ਬੜਾ ਸੁੱਖ ਹੈ, ਬੜੇ ਗੱਦੇ ਲੱਗੇ ਆ, ਲੰਮੇ ਪੈਂਦਾ ਸਾਧ ਸੰਗਤ, ਧਿਆਨ ਉੱਪਰ ਨੂੰ ਪੈਂਦਾ ਛੱਤ ਵੱਲ। ਕੀ ਦੇਖਦਾ ਹੈ ਕਿ ਇੱਕ ਬੜੀ ਤਿੱਖੀ ਤਲਵਾਰ ਜਿਹੜੀ ਉੱਪਰ ਲਟਕਦੀ ਪਈ ਹੈ, ਤੇ ਧਾਗਾ ਜਿਹੜਾ ਉਹਦੇ ਨਾਲ ਬੰਨਿਆ ਹੋਇਆ ਹੈ ਉਹ ਬੜਾ ਬਰੀਕ ਧਾਗਾ, ਪਤਲਾ ਧਾਗਾ। ਸੁਖਦੇਵ ਮੁਨੀ ਸੋਚਦਾ ਮਨ ਦੇ ਵਿੱਚ ਵੀ ਜੇ ਇਹ ਤਲਵਾਰ ਦਾ ਧਾਗਾ ਟੁੱਟ ਗਿਆ, ਇੱਕ ਤੇ ਸੀਨੇ ਦੇ ਵਿੱਚ ਨਾ ਮੇਰੇ ਖੁੱਭ ਜਾਵੇ, ਇਹ ਨਾ ਹੋਵੇ ਮੇਰੀ ਮੌਤ ਹੋ ਜੇ। ਵਿਚਾਰਾ ਬੜਾ ਬੇਚੈਨ ਹੈ। ਹੁਣ ਗੱਦੇ ਆਦਿਕ ਬੜਾ ਕੁਝ ਲੱਗਾ ਹੈ, ਪਰ ਬੇਚੈਨੀ ਮਨ ਦੇ ਵਿੱਚ ਹੈ। ਕਿਤੇ ਤਲਵਾਰ ਦਾ ਧਾਗਾ, ਹਵਾ ਚੱਲਦੀ ਹੈ, ਉਹ ਧਾਗਾ ਡੋਲਦਾ ਹੈ। ਮਨ 'ਚ ਇਹ ਸੋਚਦਾ ਪਤਾ ਨਹੀਂ ਕਦੋਂ ਧਾਗਾ ਟੁੱਟੇਗਾ ਤੇ ਮੇਰਾ ਸੀਨਾ ਪਾੜ ਜਾਣਾ ਤਲਵਾਰ ਵੱਜੀ ਤੇ। ਇਸੇ ਪ੍ਰਕਾਰ ਕਿਤੇ ਮਾੜਾ ਜਿਹਾ ਸੌਂਦਾ, ਅੱਖ ਲੱਗਦੀ ਹੈ, ਫੇਰ ਉੱਠਦਾ, ਫੇਰ ਧਿਆਨ ਉੱਪਰ ਨੂੰ। ਰਾਤ ਬਤੀਤ ਹੋ ਗਈ ਇਸੇ ਤਰ੍ਹਾਂ ਬੇਚੈਨੀ ਦੇ ਵਿੱਚ ਹੀ। ਅਗਲੇ ਦਿਨ ਉੱਠਿਆ ਤੇ ਵਾਪਸ ਜਾਣ ਲੱਗਾ, ਜਦੋਂ ਜਨਕ ਰਾਜੇ ਨੇ ਕੋਲ ਬਿਠਾ ਲਿਆ। ਕਹਿੰਦਾ ਗੱਲ ਸੁਣ ਸੁਖਦੇਵ ਮੁਨੀ ਜੀ, ਤੁਸੀਂ ਆਏ ਸੀ, ਰਾਤ ਤੁਹਾਡੀ ਚੰਗੀ ਬਤੀਤ ਹੋਈ ਹੈ, ਸੁੱਖ ਲਿਆ ਤੁਸੀਂ? ਮੈਂ ਕਮਰੇ ਦਾ ਬੜਾ ਸੁੰਦਰ ਪ੍ਰਬੰਧ ਕੀਤਾ ਸੀ। ਸੁਖਦੇਵ ਮੁਨੀ ਕਹਿੰਦਾ ਕਾਹਦੀ ਰਾਤ ਬਤੀਤ ਹੋਣੀ ਹੈ? ਸਾਰੀ ਰਾਤ ਕਹਿੰਦਾ ਸਿਰ ਦੇ ਉੱਪਰ ਤਲਵਾਰ ਲਟਕਦੀ ਰਹੀ ਹੈ, ਪਤਾ ਨਹੀਂ ਕਦੋਂ ਧਾਗਾ ਟੁੱਟਦਾ ਤੇ ਉਹ ਮੇਰੇ ਸੀਨੇ ਦੇ ਵਿੱਚ ਦੀ ਆਰ ਪਾਰ ਹੋ ਜਾਂਦੀ। ਕਹਿੰਦਾ ਤੁਸੀਂ ਕੈਸਾ ਕਮਰਾ ਮੈਨੂੰ ਦਿੱਤਾ, ਮੇਰੀ ਤੇ ਸਾਰੀ ਰਾਤ ਮੈਨੂੰ ਨੀਂਦ ਹੀ ਨਹੀਂ ਆਈ। ਤੇ ਰਾਜਾ ਜਨਕ ਕਹਿੰਦਾ ਅੱਜ ਤੈਨੂੰ ਇਸ ਤਲਵਾਰ ਦਾ ਪਤਾ ਲੱਗਾ ਜਿਹੜੀ ਉੱਪਰ ਲਟਕਦੀ ਹੈ? ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਕਦੋਂ ਦਾ ਪਤਾ ਲੱਗ ਗਿਆ ਸੀ ਤਲਵਾਰ ਲਟਕਦੀ ਹੈ, ਪਤਾ ਨਹੀਂ ਕਦੋਂ ਇਹ ਸਵਾਸਾਂ ਦੀ ਡੋਰ ਟੁੱਟ ਜਾਣੀ ਹੈ ਤੇ ਮੌਤ ਰੂਪੀ ਤਲਵਾਰ ਨੇ ਇਸ ਸੀਨੇ ਨੂੰ ਚੀਰ ਕੇ ਆਰ ਪਾਰ ਹੋ ਜਾਣਾ ਹੈ। ਸੁਖਦੇਵ ਤੈਨੂੰ ਅੱਜ ਪਤਾ ਲੱਗਾ ਹੈ, ਮੈਨੂੰ ਤੇ ਪਤਾ ਨਹੀਂ ਕਦੋਂ ਦਾ ਇਸ ਗੱਲ ਦਾ ਪਤਾ ਹੈ। ਇਸੇ ਕਰਕੇ ਕਹਿੰਦਾ ਮੇਰੇ ਕੋਲ ਸੁੰਦਰ ਗੱਦੇ ਆਦਿਕ ਸਾਰਾ ਕੁਝ ਹੈ, ਧਨ ਪਦਾਰਥ ਹੈ, ਜਿਵੇਂ ਰਾਤ ਤੈਨੂੰ ਗੱਦੇ ਲਾ ਕੇ ਦਿੱਤੇ ਸਾਰਾ ਕੁਝ ਸੀ, ਪਰ ਤੇਰੀ ਬੇਚੈਨੀ ਇਸ ਗੱਲ ਦੀ ਸੀ ਕਿ ਜੇ ਧਾਗਾ ਟੁੱਟ ਗਿਆ ਤੇ ਤਲਵਾਰ ਸੀਨੇ ਚੱਲ ਜਾਣੀ ਆ। ਇਹਨਾਂ ਸੁੰਦਰ ਗੱਦਿਆਂ ਦਾ, ਇਹਨਾਂ ਸੁੰਦਰ ਵਿਛਾਉਣਿਆਂ ਦਾ ਕੋਈ ਮੁੱਲ ਨਹੀਂ ਸੀ ਤੇਰੇ ਸਾਹਮਣੇ। ਇਸੇ ਪ੍ਰਕਾਰ ਰਾਜਾ ਜਨਕ ਕਹਿੰਦਾ ਇਸ ਧਨ ਪਦਾਰਥ ਦਾ ਮੇਰੇ ਸਾਹਮਣੇ ਕੋਈ ਮੋਹ ਨਹੀਂ ਹੈ। ਕਹਿੰਦਾ ਕੋਈ ਪਤਾ ਨਹੀਂ ਕਦੋਂ ਇਸ ਸਵਾਸਾਂ ਦੀ ਡੋਰ ਟੁੱਟ ਜਾਣੀ। ਇਸੇ ਕਰਕੇ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਇਹਨੂੰ ਦਿਮਾਗ 'ਚ ਨਹੀਂ ਰੱਖਿਆ, ਜਿਨ੍ਹਾਂ ਨੇ ਇਸ ਮਾਇਆ ਨੂੰ ਦੂਰ ਗਿਆਣਿਆ, ਜਿਨ੍ਹਾਂ ਨੇ ਨਾਮ ਧਨ ਕੱਟਿਆ। ਕੀ ਹੈ ਮਾਇਆ? ਸਤਿਗੁਰ ਕਹਿੰਦੇ ਇਹ ਜਿਹੜੀ ਮਾਇਆ ਨਾ, ਸ਼ਾਰ ਦਾ ਅਰਥ ਹੁੰਦਾ ਹੈ ਸਾਧ ਸੰਗਤ ਆ ਸਵਾਹ ਜਿਹੜੀ ਹੁੰਦੀ। ਮਹਾਰਾਜ ਕਹਿੰਦੇ ਆ ਢੇਰੀਆਂ ਲਾਈਆਂ ਸੀ ਸਵਾਹ ਦੀਆਂ, ਇੱਕ ਦੂਜੇ ਨੇ, ਕਿਸੇ ਦੀ ਢੇਰੀ ਵੱਡੀ ਹੈ, ਕਿਸੇ ਦੀ ਛੋਟੀ ਹੈ, ਹਰ ਕਿਸੇ ਨੂੰ ਹੰਕਾਰ ਹੈ ਮੇਰੀ ਤੇ ਢੇਰੀ ਵੱਡੀ ਹੈ। ਤੇ ਮਹਾਰਾਜ ਕਹਿੰਦੇ ਥੋੜੀ ਦੇਰ ਬਾਅਦ ਬੁੱਲਾ ਹਵਾ ਦਾ ਆਉਂਦਾ ਹੈ, ਉਹ ਢੇਰੀ ਸ਼ਾਰ ਦੀ ਉੱਡ ਕੇ, ਸਵਾਹ ਦੀ ਉੱਡ ਕੇ ਦੂਸਰੇ ਅੱਗੇ ਲੱਗ ਜਾਂਦੀ ਹੈ ਤੇ ਉਹ ਫੇਰ ਦੂਸਰਿਆਂ ਦੀ ਢੇਰੀ ਬਣ ਜਾਂਦੀ ਹੈ। ਇਸੇ ਪ੍ਰਕਾਰ ਇਹ ਸਵਾਸ ਜਿਹੜੇ ਹਨ, ਇਹ ਜਦੋਂ ਵਿੱਚੋਂ ਨਿਕਲ ਜਾਂਦੇ ਆ, ਮਾਇਆ ਧੀਆਂ ਪੁੱਤਰਾਂ ਦੇ ਕੋਲ ਰਹਿ ਜਾਂਦੀ ਹੈ, ਨਾਲ ਤੇ ਨਹੀਂ ਨਾ ਕੁਝ ਵੀ ਜਾਂਦਾ, ਢੇਰੀ ਉੱਡ ਕੇ ਕਿਸੇ ਦੂਸਰੇ ਦੇ ਅੱਗੇ ਚਲ ਜਾਂਦੀ ਹੈ। ਹੰਕਾਰ ਕਿਸ ਗੱਲ ਦਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਕਾਚਾ ਧਨ ਸੰਚੈ ਮੂਰਖ ਗਵਾਰ। ਇਹ ਮੂਰਖ ਗਵਾਰ ਮਨੁੱਖ ਜਿਹੜੇ ਹਨ ਉਹ ਭੁੱਲੇ ਹੋਏ ਹਨ ਇਸ ਕੱਚੇ ਧਨ ਨੂੰ ਇਕੱਠਾ ਕਰਨ ਵੱਲ, ਇਸ ਕੱਚੇ ਧਨ ਵੱਲ ਲੱਗੇ ਹੋਏ ਆ। ਮਨਮੁਖ ਭੁੱਲੇ ਅੰਧ ਗਵਾਰ। ਤੇ ਗੁਰਮੁਖ ਤੇ ਮਨਮੁਖ ਦੇ ਵਿੱਚ ਸਿਰਫ ਇਹੀ ਫਰਕ ਹੈ ਸਾਧ ਸੰਗਤ। ਜਿਹੜਾ ਮਨਮੁਖ ਹੁੰਦਾ ਹੈ ਉਹ ਭੁੱਲ ਕੇ ਆ ਕੱਚਾ ਧਨ ਇਕੱਠਾ ਕਰਨ ਵੱਲ ਲੱਗਦਾ, ਪਦਾਰਥ ਇਕੱਠੇ ਕਰਨ ਵੱਲ ਲੱਗਦਾ ਹੈ। ਤੇ ਸਤਿਗੁਰ ਕਹਿੰਦੇ ਇਹ ਨਹੀਂ ਜਾਣਦਾ ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਦੁੱਖ ਹੈ ਸੰਸਾਰ ਦੇ ਵਿੱਚ, ਹਰ ਕੋਈ ਦੁਖੀ ਹੈ। ਜਿਹਦੇ ਕੋਲ ਨਹੀਂ ਹੈ ਉਹ ਵੀ ਦੁਖੀ ਹੈ, ਤੇ ਜਿਹਦੇ ਕੋਲ ਹੈ ਉਹ ਵੀ ਦੁਖੀ ਹੈ। ਅਮੀਰੀ ਗਰੀਬੀ ਦਾ ਫਾਸਲਾ, ਜਿਹੜਾ ਫਾਸਲਾ ਹੈ ਨਾ ਸਾਧ ਸੰਗਤ, ਜ਼ਿਆਦਾ ਨਹੀਂਗਾ। ਆ ਦੇਖਿਓ ਤੁਸੀਂ
ਪੁਰਾਣੇ ਸਮੇਂ ਸਨ, ਕਈਆਂ ਦੇ ਕੋਲ ਰੱਥ ਹੁੰਦਾ ਸੀ ਨਾ, ਰੱਥ ਚੱਲਣ ਵਾਸਤੇ ਅਮੀਰ ਗਿਣਿਆ ਜਾਂਦਾ ਸੀ, ਤੇ ਅੱਜ ਜਿਹਦੇ ਕੋਲ ਰੱਥ ਹੋਵੇਗਾ ਉਹ ਗਰੀਬ ਹੋਵੇਗਾ। ਆ ਕੋਈ ਸਮਾਂ ਸੀ ਪਿਛਲੇ ਸਮਿਆਂ ਜਿਹਦੇ ਕੋਲ ਸਾਈਕਲ ਹੁੰਦਾ ਸੀ, ਪਿੰਡਾਂ 'ਚ ਕਹਿੰਦੇ ਉਹ ਕਿਸੇ ਕੋਲ ਸਾਈਕਲ ਹੋਣਾ ਤੇ ਸਾਰਿਆਂ ਕਹਿਣਾ ਬੜਾ ਅਮੀਰ ਬੰਦਾ ਹੈ ਭਾਈ, ਸਾਈਕਲ ਹੈ ਇਸ ਕੋਲ। ਤੇ ਸਾਧ ਸੰਗਤ ਅੱਜ ਕਿਸੇ ਕੋਈ ਸਾਈਕਲ ਤੇ ਜਾਂਦਾ ਹੋਵੇ, ਉਹ ਕਹਿੰਦੇ ਵੀ ਇਹ ਬੰਦਾ ਜਿਹੜਾ ਗਰੀਬ ਹੈ ਇਹਦੇ ਕੋਲ ਸਾਈਕਲ ਹੈ। ਇਸੇ ਪ੍ਰਕਾਰ ਜ਼ਿਆਦਾ ਫਾਸਲਾ ਨਹੀਂ ਹੈ ਅਮੀਰੀ ਤੇ ਗਰੀਬੀ ਦੇ ਵਿੱਚ। ਗਰੀਬ ਵੀ ਦੁਖੀ ਹੈ ਤੇ ਅਮੀਰ ਵੀ ਦੁਖੀ ਹੈ, ਹਰ ਕੋਈ ਦੁਖੀ ਹੈ। ਗਰੀਬ ਇਸ ਗੱਲ ਤੋਂ ਦੁਖੀ ਹੈ ਕਿ ਸ਼ਾਇਦ ਹੋਰ ਇਕੱਠਾ ਕਰ ਲਵਾਂ ਸੁਖੀ ਹੋ ਜਾਵਾਂਗਾ, ਤੇ ਅਮੀਰ ਇਸ ਕਰਕੇ ਦੁਖੀ ਹੈ ਕਿ ਇਹ ਜਿਹੜਾ ਇਕੱਠਾ ਕੀਤਾ ਇਹ ਵੀ ਥੋੜਾ ਹੈ, ਇਦੋਂ ਵੱਧ ਹੋਰ ਆ ਜਾਵੇ। ਕਹਿੰਦੇ ਕੋਈ ਅਮੀਰ ਮਰਨ ਲੱਗਾ ਤੇ ਉਹਦੇ ਨੌਕਰ ਨੇ ਪੁੱਛਿਆ, ਕਹਿੰਦਾ ਜੀ ਤੁਸੀਂ ਤੇ ਬੜੇ ਪ੍ਰਸੰਨ ਹੋ ਕੇ ਮਰੋਗੇ, ਤੁਸੀਂ ਤੇ ਬਹੁਤ ਪ੍ਰਸੰਨ ਹੋ ਕੇ ਮਰਨਾ ਚਾਹੀਦਾ ਤੁਹਾਨੂੰ। ਤੁਸੀਂ 10 ਮਿਲੀਅਨ ਜਿਹੜੀ ਆ ਆਪਣੀ ਇਹ ਕਮਾਈ ਇਕੱਠੀ ਕੀਤੀ ਹੈ, 10 ਮਿਲੀਅਨ ਇੰਨਾ ਧਨ ਪਦਾਰਥ ਇਕੱਠਾ ਕੀਤਾ, ਤੁਹਾਨੂੰ ਤੇ ਖੁਸ਼ ਹੋ ਕੇ ਜਾਣਾ ਚਾਹੀਦਾ। ਉਹ ਮਰ ਲੱਗਾ, ਕਹਿੰਦਾ ਅਸਲ 'ਚ ਮੇਰਾ ਸੁਪਨਾ ਸੀ ਮੈਂ 100 ਮਿਲੀਅਨ ਇਕੱਠੀ ਕਰਾਂ, ਮੈਂ ਤੇ ਗਰੀਬ ਮਰ ਰਿਹਾ। ਕਹਿੰਦਾ 10 ਮਿਲੀਅਨ ਇਕੱਠੀ ਕੀਤੀ ਹੈ, ਪਰ ਕਹਿੰਦਾ ਫਿਰ ਵੀ ਗਰੀਬ ਮਰ ਰਿਹਾ ਕਿਉਂਕਿ ਮੇਰਾ ਸੁਪਨਾ ਸੀ ਮੈਂ 100 ਮਿਲੀਅਨ ਇਕੱਠੀ ਕਰਾਂ। ਇਸੇ ਕਰਕੇ ਦੁਖੀ ਹੈ। ਮਾਰੇ ਕਹਿੰਦੇ ਵਿਖਿਆ ਕਹਿ ਧਨ ਸਦਾ ਦੁੱਖ। ਇਹ ਦੁੱਖ ਹੈ ਕਿਉਂ? ਕਿਉਂਕਿ ਨਾ ਸਾਥ ਜਾਏ ਤੇ ਨਾ ਪ੍ਰਾਪਤ ਹੋਏ। ਪ੍ਰਾਪਤ ਵੀ ਨਹੀਂ ਹੁੰਦਾ, ਸਾਥ ਵੀ ਨਹੀਂ ਜਾਂਦਾ। ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ। ਆ ਢੇਰੀਆਂ ਸਵਾਹ ਦੀਆਂ ਲਾਈਆਂ। ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ ਨਾਨਕੇ ਤਨ ਸਾਰ। ਇਹ ਹੈ ਅਸਲੀ ਧਨ, ਨਾਮ ਦਾ ਧਨ, ਬੰਦਗੀ ਦਾ ਧਨ। ਮਹਾਰਾਜ ਕਹਿੰਦੇ ਇਹ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਇਹ ਢੇਰੀਆਂ ਲੱਗੀਆਂ ਹਨ। ਅੱਜ ਛੱਡ ਕੇ ਚਲੇ ਜਾਵਾਂ ਕਿਸੇ ਦੂਸਰੇ ਅੱਗੇ ਹੋ ਜਾਏਗੀ। ਇਹ ਸ਼ਬਦ ਅਸੀਂ ਹਮੇਸ਼ਾ ਵਰਤਦੇ ਹਾਂ, ਮਕਾਨ ਮੇਰਾ ਹੈ, ਧਨ ਸੰਪਤੀ ਮੇਰੀ ਹੈ। ਤੇ ਸਾਧ ਸੰਗਤ ਕਦੇ ਦੇਖਿਓ ਮਕਾਨ ਹੱਸਦਾ ਹੋਣਾ, ਪਤਾ ਨਹੀਂ ਤੇਰੇ ਤੇ ਕਿੰਨੇ ਕਿੱਥੇ ਵਸ ਕੇ ਚਲੇ ਗਏ। ਉਹ ਕਹਿੰਦੇ ਕਿ ਉਹ ਕੋਈ ਫਕੀਰ ਆਇਆ, ਉਹਨੇ ਅਹਿਲਕਾਰਾਂ ਨੂੰ ਪੁੱਛਿਆ ਸਰਾਂ ਕਿਹਦੀ ਹੈ। ਬੜੇ ਗੁੱਸੇ ਹੋਏ। ਇੰਨੇ ਨੂੰ ਰਾਜਾ ਆ ਗਿਆ। ਰਾਜੇ ਨੂੰ ਕਹਿੰਦਾ ਜੀ ਆ ਸਰਾਂ ਕਿਸ ਦੀ ਹੈ? ਰਾਜਾ ਕਹਿੰਦਾ ਤੈਨੂੰ ਨਹੀਂ ਪਤਾ ਇਹ ਮੇਰਾ ਮਹਿਲ ਹੈ। ਕਹਿੰਦਾ ਤੇਰੇ ਵਰਗਾ ਹੀ ਕੁਝ ਸਮਾਂ ਪਹਿਲਾਂ ਮੈਂ ਇੱਧਰ ਦੀ ਲੰਘਿਆ ਸੀ, ਤੇਰੇ ਵਰਗਾ ਇੱਕ ਹੋਰ ਸੀ, ਉਹ ਵੀ ਕਹਿੰਦਾ ਸੀ ਮੇਰਾ ਮਹਿਲ ਹੈ। ਉਹ ਕਿੱਥੇ ਆ? ਕਹਿੰਦਾ ਮੇਰਾ ਪਿਤਾ ਸੀ, ਮਰ ਗਿਆ। ਕਹਿੰਦਾ ਬਸ ਇਸੇ ਕਰਕੇ ਸਰਾਂ ਕਿਹਾ, ਅੱਜ ਕੱਲ ਤੇਰਾ ਪਿਤਾ ਸੀ, ਉਸ ਤੋਂ ਬਾਅਦ ਤੂੰ ਆ ਗਿਆ, ਫਿਰ ਤੇਰੇ ਨਿਆਣੇ ਆ ਜਾਣਗੇ, ਇਸੇ ਕਰਕੇ ਸਰਾਂ ਕਿਹਾ। ਸਤਿਗੁਰੂ ਕਹਿੰਦੇ ਕਿਉਂਕਿ ਸਾਥ ਨਹੀਂ ਜਾਂਦੀ, ਇਹ ਮਾਇਆ ਇੱਥੇ ਰਹਿ ਜਾਣੀ ਹੈ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਗੁਰਸਿੱਖਾ ਵਰਤਨ ਲਈ ਤੈਨੂੰ ਦਿੱਤੀ ਹੈ, ਵਰਤ। ਤੇਰੇ ਕੋਲ ਧਨ ਪਦਾਰਥ ਗੁਰਸਿੱਖ ਦੇ ਕੋਲ ਚਾਹੀਦਾ ਹੈ ਸੰਸਾਰ ਦੇ ਕਾਰ ਵਿਹਾਰ ਚਲਾਉਣ ਵਾਸਤੇ। ਪਰ ਇੱਕ ਗੱਲ ਯਾਦ ਰੱਖੀ, ਇਹਨੂੰ ਦਿਮਾਗ 'ਚ ਨਾ ਰੱਖੀ, ਇਹਨੂੰ ਪੈਰਾਂ ਦੇ ਵਿੱਚ ਰੱਖੀ। ਰੱਬ ਦੇ ਪਿਆਰੇ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਨੱਕ ਕੰਨ ਵੱਢ ਕੇ ਸਿੱਟ ਦਿੱਤੀ ਮਾਇਆ, ਕਬੀਰ ਸਾਹਿਬ ਕਹਿੰਦੇ ਅਸੀਂ, ਜਿਹੜੇ ਤਿੰਨਾਂ ਲੋਕਾਂ ਦੀ ਪਿਆਰੀ ਸੀ। ਐਸੀ ਤੇਰੀ ਅਵਸਥਾ ਬਣ ਜਾਵੇ। ਸਤਿਗੁਰ ਕਹਿੰਦੇ ਫਿਰ ਰੱਬ ਦੇ ਪਿਆਰੇ ਗੁਰਮੁਖ ਕਿਵੇਂ ਦੇ ਹੁੰਦੇ ਆ? ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਮਾਰੇ ਕਹਿੰਦੇ ਆ ਰੱਬ ਦੇ ਪਿਆਰੇ ਜਿਹੜੇ ਆ ਉਹ ਸੱਚੇ ਧਨ ਦੀ ਪ੍ਰਾਪਤੀ ਕਰਦੇ ਆ। ਗੁਰੂ ਦੀ ਮੱਤ ਦੁਆਰਾ ਉਹ ਸੱਚੇ ਧਨ ਨੂੰ ਪ੍ਰਾਪਤ ਕਰ ਲੈਂਦੇ ਆ, ਨਾਮ ਧਨ ਨੂੰ ਪ੍ਰਾਪਤ ਕਰ ਲੈਂਦੇ ਆ, ਕਿਉਂਕਿ ਕੱਚਾ ਧਨ ਆਉਂਦਾ ਜਾਂਦਾ ਰਹਿੰਦਾ ਹੈ। ਅੱਜ ਕਿਸੇ ਕੋਲ ਹੈ, ਕੱਲ ਕਿਸੇ ਕੋਲ ਹੈ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਮਨਮੁਖ ਭੁੱਲੇ ਸਭ ਮਰੈ ਗਵਾਰ। ਮਾਰੇ ਕਹਿੰਦੇ ਆ ਮਨਮੁਖ ਜਿਹੜੇ ਆ ਭੁੱਲੇ ਹੋਏ ਆ, ਇਹਨਾਂ ਨੂੰ ਇਹ ਨਹੀਂ ਪਤਾ ਕਿ ਮਰ ਜਾਣਾ ਹੈ। ਗਵਾਰ ਮੂਰਖਾਂ ਦੀ ਤਰ੍ਹਾਂ ਤੁਰਦੇ ਫਿਰਦੇ, ਇਕੱਠਾ ਕਰਨ ਵੱਲ ਲੱਗੇ ਆ, ਪਦਾਰਥ ਇਕੱਠਾ ਕਰੀ ਜਾਈਏ। ਆ ਭ੍ਰਿਸ਼ਟਾਚਾਰ ਕਿਉਂ ਹੈ ਸੰਸਾਰ ਦੇ ਵਿੱਚ? ਕਿਉਂ ਹੈ ਤੰਗ ਦਿਲੀ? ਕਿਉਂ? ਕਿਉਂਕਿ ਕੋਈ ਗੁਰਬਾਣੀ ਦਾ ਆਸਰਾ ਲੈ ਕੇ ਨਹੀਂ ਚੱਲਦਾ। ਜੇ ਸੱਚੇ ਗੁਰੂ ਦਾ ਪੱਲਾ ਫੜਿਆ ਹੋਵੇ ਸਾਧ ਸੰਗਤ, ਸਾਰੇ ਆ ਕਾਰ ਵਿਹਾਰ ਸੰਸਾਰ ਦੇ ਠੀਕ ਹੋ ਜਾਣ, ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ। ਸਤਿਗੁਰ ਕਹਿੰਦੇ ਆ ਭਾਈ ਮਨਮੁਖ ਭੁੱਲੇ ਸਭ ਮਰੈ ਗਵਾਰ। ਇਹਨਾਂ ਨੂੰ ਇਹ ਨਹੀਂ ਪਤਾ ਮਰ ਜਾਣਾ ਹੈ। ਭਉ ਜਿਲ ਡੂਬੇ ਨਾ ਔਰ ਵਾਰ ਨਾ ਪਾਰ। ਸਤਿਗੁਰ ਕਹਿੰਦੇ ਜਿਵੇਂ ਇਹ ਡੁੱਬ ਰਹੇ ਆ ਸਮੁੰਦਰ ਦੇ ਵਿੱਚ, ਸੰਸਾਰ ਰੂਪੀ ਸਮੁੰਦਰ 'ਚ। ਭਉ ਜਿਲ ਡੂਬੇ ਨਾ ਔਰ ਵਾਰ ਨਾ ਪਾਰ। ਨਾ ਪਰਲਾ ਪਾਸਾ ਲੱਭਦਾ ਤੇ ਨਾ ਉਰਲਾ ਪਾਸਾ ਲੱਭਦਾ, ਵਿੱਚ ਹੀ ਗੋਤੇ ਖਾਈ ਜਾਂਦੇ ਆ ਮਾਇਆ ਦੇ ਵਿੱਚ ਹੀ ਗੋਤੇ। ਅੰਮ੍ਰਿਤ ਵੇਲੇ ਬੰਦਾ ਉੱਠਦਾ ਹੈ, ਪਹਿਲੋਂ ਮੀਟਿੰਗਾਂ ਤੈਅ ਹੁੰਦੀਆਂ, ਕਿਹਨੂੰ ਕਿੰਨੇ ਦੇਣੇ ਆ, ਕਿੰਨੇ ਲੈਣੇ ਆ, ਕਿਹਦੇ ਕੋਲ ਬਹਿਣਾ, ਕੀ ਕਰਨਾ।
पर कदी उठ के कोई रब का प्यारा विरला हुंदा जिहड़ा याद करदा है कि गुरु का नाम भी लैना है, जपजी भी पढ़नी है, नाम जपना है, बंदगी करनी है। कोई विरले दे मन च आउंदा। सतगुरु कहते नहीं तो इसे प्रकार ये डुबदे फिरदे आ, सवेरे उठे शामां तक यही नहीं ध्यान च आउंदा किन्ने करने, किन्नू देने, की करना, इहो कुछ ही मन च आई जांदा। कदी नितनेम सांभिया ही नहीं, डुबदे आ ना, भौजल डूबे ना और वार ना पार, फिर हथ पैर मारदे आ, कोई पासा नहीं लभदा। सतगुरु जी कहते हैं सतगुर भेटै पूरे भाग, गुरसिखा बचना है, भौजल तो पार होना है, ते इहदे वास्ते काम कर सतगुर भेटै पूरे भाग। वड्डियां भागां दे नाल सतगुरु नाल भेट हो जाती जिन्हां दी, जिन्हां नूं सतगुरु प्राप्त हो जाता है, जिहड़े गुरु कोल आ जाते आ। साच रते अहनिस बैराग, अहनिस दा अर्थ हुंदा दिन रात, सच्चे नाम च रते रहिंदे आ, दिन रात जपदे रहिंदे वाहिगुरू वाहिगुरू वाहिगुरू, दिन रात जपदे, बंदगी च जुड़े रहिंदे आ। पदार्थ आउंदा है, धन पदार्थ बहुत शुक्र करदे आ, महाराज वाहिगुरू शुक्र है तेरा आ धीआं पुत्तर दित्ते आ, शुक्र है तेरा धन पदार्थ वरतन वास्ते दित्ता। वो इसे तरह शुक्र करते रहिंदे आ, धीआं पुत्तर पानी पुछ लैंदे आ, शुक्र है तेरा, इन्ने जी शुक्र करते आ। जिन्हां नूं शुक्र आ जांदा वो फिर दिन रात वैराग धारण कर लेंदे माया वल्लों, ऐनिस बैराग, दिन रात बैरागी हो जाते आ। चौह युग में अमृत साची बाणी, सतगुरु कहते जिहड़ी बाणी है ये सच्ची है, सच्चा धन है। कच्चा धन दूर छड्ड के इस बाणी वालों आओ गुरसिखो, क्योंकि ये जुगां जुगां तो सच्ची है। रब दा ज्ञान, उस वाहिगुरू दा ज्ञान शुरू तो सच्चा है। पूरे भाग हर नाम समाणी, जिन्हां दे वड्डे भाग हुंदे आ, जिन्हां दे उत्ते वाहिगुरू किरपा करदा है, उन्हां दे हिरदे विच समा जांदा है नाम। पूरे भाग हर नाम समाणी, ਉਹ ਸਮਾ ਜਾਂਦੇ ਹਾਂ ਨਾਮ ਦੇ ਵਿੱਚ। ਸਤਿਗੁਰੂ ਨੂੰ ਪੁੱਛੀਏ ਮਹਾਰਾਜ ਕਿੰਨੀ ਕਿ ਇਹ ਜਿਹੜਾ ਧਨ ਹੈ ਸੱਚਾ, ਇਹਦੇ ਵਾਸਤੇ ਕੌਣ ਭੱਜਾ ਫਿਰਦਾ ਹੈ? ਮਹਾਰਾਜ ਕਹਿੰਦੇ ਆ ਮਨੁੱਖ ਤੇ ਭੁੱਲਾ ਫਿਰਦਾ ਹੈ ਨਾ। ਸਤਿਗੁਰੂ ਕਹਿੰਦੇ ਸਿੱਧ ਸਾਧਿਕ ਤਰਸੈ ਸਭ ਲੋਏ, ਸਿੱਧ ਸਾਧਿਕ ਆਦਿਕ ਤਰਸਦੇ ਆ ਕਿ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਵੇ, ਸੱਚੇ ਨਾਮ ਦੀ ਪ੍ਰਾਪਤੀ ਹੋ ਜਾਵੇ। ਸਤਿਗੁਰ ਕਹਿੰਦੇ ਪੂਰੇ ਭਾਗ ਪ੍ਰਾਪਤ ਹੋਏ ਗੁਰਸਿੱਖਾ, ਇਹ ਤੇਰੇ ਵੱਡੇ ਭਾਗ ਹਨ ਜੇ ਤੈਨੂੰ ਨਾਮ ਪ੍ਰਾਪਤ ਹੋ ਗਿਆ। ਜੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰ ਲਿਆ, ਸ਼ੁਕਰ ਕਰਿਆ ਕਰ ਕਿ ਤੇਰੇ ਵੱਡੇ ਭਾਗ ਹਨ, ਗੁਰੂ ਨੇ ਬਖਸ਼ ਦਿੱਤਾ ਤੈਨੂੰ। ਜੇ ਸੰਗਤ ਮਿਲ ਗਈ ਸ਼ੁਕਰ ਕਰਿਆ ਕਰ, ਕਿਉਂਕਿ ਵੱਡਿਆਂ ਭਾਗਾਂ ਨਾਲ ਪ੍ਰਾਪਤੀ ਹੁੰਦੀ ਹੈ। ਧਨ ਤੇ ਹਰ ਕੋਈ ਕਮਾ ਲੈਂਦਾ, ਪਰ ਇਹ ਜਿਹੜਾ ਸੱਚਾ ਧਨ ਕਮਾਉਣ ਵਾਸਤੇ ਆਪਣੇ ਮਨ ਨੂੰ ਮਾਰਨਾ ਬੜਾ ਪੈਂਦਾ। ਅੰਮ੍ਰਿਤ ਵੇਲੇ ਵਿੱਚ ਉੱਠਣਾ ਕਿਤੇ ਸੌਖਾ ਹੈ? ਬਹੁਤ ਔਖਾ ਹੈ ਸਾਧ ਸੰਗਤ। ਭਾਵੇਂ ਮਹਾਰਾਜ ਨੇ ਕਿਹਾ ਰਸਤਾ ਬਹੁਤ ਸੌਖਾ ਹੈ, ਜੇ ਆਦਤ ਬਣ ਜਾਵੇ ਮਨੁੱਖ ਅੰਮ੍ਰਿਤ ਵੇਲੇ ਉੱਠ ਜਾਂਦਾ ਹੈ, ਪਰ ਸਾਧ ਸੰਗਤ ਬਹੁਤ ਔਖਾ ਹੈ ਉਹਨਾਂ ਵਾਸਤੇ ਜਿਹੜੇ ਮਾਇਆ 'ਚ ਖਚਿਤ ਹੁੰਦੇ। ਪੂਰੇ ਭਾਗ ਪ੍ਰਾਪਤ ਹੋਏ, ਜਿਨ੍ਹਾਂ ਨੂੰ ਵੱਡੀਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਉਹ ਬਖਸ਼ੇ ਜਾਂਦੇ ਆ। ਸਭ ਕੇ ਸਾਚਾ ਸਾਚਾ ਹੈ ਸੋਏ। ਸਤਿਗੁਰੂ ਕਹਿੰਦੇ ਆ ਜਦੋਂ ਉਹ ਸੱਚੇ ਨਾਮ ਦੇ ਵਿੱਚ ਜੁੜ ਜਾਏਗਾ ਨਾ, ਫਿਰ ਇਹ ਧਨ ਪਦਾਰਥ ਵੀ ਸਾਰਾ ਨਾ ਉਹਦਾ ਹੀ ਕਰਕੇ ਜਾਣੇਗਾ, ਫਿਰ ਸੱਚਾ ਹੋ ਜਾਏਗਾ ਤੂੰ ਵੀ, ਤੇਰਾ ਜੀਵਨ ਸੱਚਾ ਹੋ ਜਾਏਗਾ। ਸਭ ਕੇ ਸਾਚਾ, ਇਹ ਸੱਚਾ ਹੈ ਸਾਰਾ ਕੁਝ, ਪਦਾਰਥ ਮਾੜਾ ਨਹੀਂ ਹੈ, ਸੱਚਾ ਹੈ। ਪਰ ਕਦੋਂ? ਜਦੋਂ ਸਾਚਾ ਹੈ ਸੋਏ, ਜਦੋਂ ਸੱਚਾ ਤੇਰੇ ਮਨ 'ਚ ਵਸ ਗਿਆ ਉਦੋਂ। ਮਹਾਰਾਜ ਨੇ ਆਰੰਭਤਾ ਕੀਤੀ ਕੱਚਾ ਹੈ, ਪਰ ਹੁਣ ਸਤਿਗੁਰੂ ਕਹਿੰਦੇ ਸੱਚਾ ਹੈ। ਕਦੋਂ ਸੱਚਾ ਹੈ? ਜਦੋਂ ਸੱਚਾ ਵਾਹਿਗੁਰੂ ਤੇਰੇ ਹਿਰਦੇ 'ਚ ਵਸ ਗਿਆ, ਉਦੋਂ ਧਨ ਪਦਾਰਥ ਸੱਚਾ। ਕਿਉਂਕਿ ਫਿਰ ਗੁਰੂ ਦਾ ਜਾਣ ਕੇ ਵਰਤੇਗਾ, ਫਿਰ ਦਸਵੰਧ ਵੀ ਕੱਢੇਗਾ, ਲੋੜਵੰਦ ਦੀ ਮਦਦ ਵੀ ਕਰੇਗਾ, ਸੇਵਾ ਕਰੇਗਾ, ਸਿਮਰਨ ਕਰੇਗਾ। ਸਤਿਗੁਰੂ ਕਹਿੰਦੇ ਸਭ ਕੇ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੈ ਕੋਏ। ਸਤਿਗੁਰੂ ਕਹਿੰਦੇ ਜੇ ਕੋਈ ਉਸ ਉੱਤਮ ਵਾਹਿਗੁਰੂ ਪਾਰ ਬ੍ਰਹਮ ਪਰਿਪੂਰਨ ਪਰਮੇਸ਼ਵਰ ਨੂੰ ਯਾਦ ਕਰ ਲਵੇ, ਫਿਰ ਹਿਰਦੇ 'ਚ ਜਦੋਂ ਵਸਦਾ ਹੈ, ਸਤਿਗੁਰੂ ਕਹਿੰਦੇ ਆਪਣੀ ਕੋਈ ਇੱਛਾ ਨਹੀਂ ਹੈ, ਸੱਚ ਸਾਚਾ ਸੱਚ ਆਪ ਦ੍ਰਿੜਾਏ। ਉਹ ਆਪ ਹੀ ਵਾਹਿਗੁਰੂ ਕਿਰਪਾ ਕਰਦਾ ਹੈ ਤੇ ਉਹ ਸੱਚਾ ਨਾਮ ਦ੍ਰਿੜ ਕਰਵਾ ਦਿੰਦਾ ਹੈ। ਮਹਾਰਾਜ ਕਹਿੰਦੇ ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਇਹ ਤਾਂ ਉਹਦੀ ਕਰਾਮਾਤ ਹੈ। ਕਈਆਂ ਨੂੰ ਉਸ ਵਾਹਿਗੁਰੂ ਨੇ ਆਪ ਹੀ ਵੇਖ ਕਰਕੇ, ਆਪ ਹੀ ਸੰਭਾਲ ਕਰਕੇ ਇਸ ਪਾਸੇ ਨੂੰ ਲਾਇਆ ਹੈ। ਨਾਨਕ ਆਪੇ ਵੇਖਿਆ ਆਪ ਹੀ ਵੇਖਦਾ ਹੈ ਤੇ ਆਪੇ ਸੱਚ ਲਾਏ। ਆਪ ਹੀ ਉਸ ਵਾਹਿਗੁਰੂ ਨੇ ਇਸ ਪਾਸੇ ਲਾਇਆ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚਾ ਧਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ। ਸਾਧ ਸੰਗਤ ਕੱਚੇ ਧਨ ਵਾਸਤੇ ਪਰਿਵਾਰ ਨੇ ਛੱਡ ਦਿੱਤਾ। ਆਪ ਜੀ ਜਾਣਦੇ ਹੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ, ਪਰਿਵਾਰ ਨੇ ਛੱਡ ਦਿੱਤਾ। ਤਾਏ ਚਾਚੇ ਪਿੱਛੇ ਹਟ ਗਏ ਆ, ਨਾਨੀ ਬਾਸਰ ਕੇ ਲੈ ਆਈ ਹੈ ਲਾਹੌਰ ਤੋਂ,
ਬਾਸਰ ਕੇ ਲੈ ਆਂਦਾ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਹੈ ਸਾਧ ਸੰਗਤ। ਤੇ ਜਿਸ ਦਿਨ ਸੱਚਾ ਧਨ ਪ੍ਰਾਪਤ ਹੋਇਆ, ਗੁਰਤਾ ਗੱਦੀ ਪ੍ਰਾਪਤ ਹੋਈ ਹੈ ਜਿਸ ਦਿਨ, ਉਸ ਦਿਨ ਸਤਿਗੁਰਾਂ ਨੇ ਸ਼ਬਦ ਉਚਾਰਿਆ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਕੇ। ਜਦੋਂ ਪ੍ਰਾਪਤੀ ਹੋ ਗਈ, ਫਿਰ ਸਾਰੇ ਜਿਹੜੇ ਕੱਚੇ ਧਨ ਵਾਲੇ ਸਨ ਕੋਲ ਆਣ ਕੇ ਬੈਠਣ ਲੱਗ ਪਏ। ਇਹ ਅਵਸਥਾ ਹੈ ਮਨੁੱਖ ਦੀ, ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਕੋਈ ਲਕਸ਼ਣ ਤੇ ਮਨੁੱਖ ਪਹੁੰਚ ਜਾਂਦਾ ਹੈ, ਫਿਰ ਸਾਰੇ ਕਹਿੰਦੇ, ਫਿਰ ਦੂਰ ਦੀਆਂ ਰਿਸ਼ਤੇਦਾਰੀਆਂ ਵੀ ਕਹਿੰਦੀਆਂ, ਇਹ ਸਾਡਾ ਇਹ ਲੱਗਦਾ ਸੀ, ਸਾਡਾ ਉਹ ਲੱਗਦਾ ਸੀ। ਆਏ ਸਨ ਸਾਧ ਸੰਗਤ, ਕਹਿੰਦੇ ਸਨ, ਜੇਠਿਆ ਤੂੰ ਤੇ ਸਾਡੀ ਨੱਕ ਵਢਾ ਦਿੱਤੀ ਹੈ, ਆ ਸਿਰ ਦੇ ਉੱਤੇ ਟੋਕਰਾ ਢਾਉਂਦਾ ਪਿਆ ਹੈ, ਆਪਣੇ ਸਾਡੇ ਕੁੜਮਾਂ ਦੇ ਘਰ ਦੇ ਵਿੱਚ ਰਹਿ ਕਰਕੇ, ਸਹੁਰਿਆਂ ਦੇ ਘਰ ਰਹਿ ਕਰਕੇ ਟੋਕਰਾ ਢਾਉਂਦਾ ਪਿਆ, ਸਾਡੀ ਨੱਕ ਵਢਾ ਦਿੱਤੀ। ਅਸੀਂ ਸੋਢੀ ਹੁੰਨੇ ਆ ਤੇ ਤੂੰ ਤੇ ਸਾਰੇ ਮਿੱਟੀ ਸਾਡੀ ਪਲੀਤ ਕਰਤੀ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸੀ, ਬਾਬਾ ਬੁੱਢਾ ਜੀ ਦੇਖਿਓ ਭਲਾ, ਆ ਜੇਠੇ ਦੇ ਸਿਰ ਦੇ ਤੇ ਟੋਕਰਾ ਜਿਹੜਾ ਮਿੱਟੀ ਦਾ। ਬਾਬਾ ਬੁੱਢਾ ਜੀ ਨੇ ਕਿਹਾ, ਨਹੀਂ ਮਹਾਰਾਜ, ਮੈਨੂੰ ਮਿੱਟੀ ਦਾ ਟੋਕਰਾ ਨਹੀਂ ਲੱਗਦਾ, ਮੈਨੂੰ ਤਾਂ ਐਂ ਲੱਗਦਾ ਜਿਵੇਂ ਗੁਰਿਆਈ ਦਾ ਛਤਰ ਝੁੱਲ ਰਿਹਾ ਹੋਵੇ। ਇਹ ਗੁਰਿਆਈ ਦੀ ਬਖਸ਼ਿਸ਼ ਕੀਤੀ ਜਿਨ੍ਹਾਂ ਨੂੰ ਸੱਚਾ ਧਨ ਪ੍ਰਾਪਤ ਹੋ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸੱਚਾ ਧਨ ਪ੍ਰਾਪਤ ਹੋਇਆ। ਤੇ ਅੱਜ ਵੀ ਕਿਤੇ ਜਾਣਾ ਸਾਧ ਸੰਗਤ, ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਆਪਾਂ ਜਾਂਦੇ, ਪਤਾ ਹੀ ਨਹੀਂ ਸਾਧ ਸੰਗਤ ਕਿੰਨੀ ਸੇਵਾ। ਜਿਸ ਬੱਚੇ ਨੂੰ ਘਰੋਂ ਕੱਢ ਦਿੱਤਾ ਸੀ, ਪਰਿਵਾਰ ਨੇ ਰੱਖਣ ਵਾਸਤੇ ਨਹੀਂ ਸੀ ਤਿਆਰ, ਚਾਚੇ ਤਾਏ ਰੱਖਣ ਵਾਸਤੇ ਨਹੀਂ ਸੀ ਤਿਆਰ, ਸਾਧ ਸੰਗਤ ਉਹਨਾਂ ਦੇ ਘਰ ਅੱਜ ਪਤਾ ਨਹੀਂ ਲੱਖਾਂ ਹੀ ਲੋਕ ਲੰਗਰ ਛਕਦੇ ਪਏ। ਕਿੰਨੀ ਵਡਿਆਈ ਹੈ, ਸੱਚੇ ਧਨ ਦੀ ਵਡਿਆਈ ਹੈ। ਸੋ ਸਤਿਗੁਰੂ ਰਹਿਮਤ ਕਰਨ, ਜਿਨ੍ਹਾਂ ਨੂੰ ਮਾਰੇ ਕਹਿੰਦੇ ਸੱਚਾ ਧਨ ਪ੍ਰਾਪਤ ਹੁੰਦਾ ਹੈ, ਉਹਨਾਂ ਦਾ ਜੀਵਨ ਸਵਰ ਜਾਂਦਾ ਹੈ, ਉਹਨਾਂ ਦਾ ਜੀਵਨ ਚੰਗਾ ਹੋ ਜਾਂਦਾ ਹੈ, ਉਹ ਗੁਰੂ ਵਾਲੇ ਹੋ ਜਾਂਦੇ ਆ। ਕੱਚਾ ਧਨ ਸੰਸਾਰ ਦੇ ਵਿੱਚ ਨਾ ਤੇ ਅੱਜ ਤੱਕ ਕਿਸੇ ਨੂੰ ਮਿਲਿਆ ਹੈ ਤੇ ਨਾ ਹੀ ਕਿਸੇ ਨੂੰ ਮਿਲਣਾ ਹੈ। ਇੱਥੇ ਹੀ ਸਾਰਾ ਕੁਝ ਛੱਡ ਜਾਣਾ ਹੈ, ਇੱਕ ਨੇ ਵਰਤ ਲਿਆ ਦੂਸਰੇ ਕੋਲ ਰਹਿ ਜਾਣਾ ਹੈ। ਪਰ ਸੱਚਾ ਧਨ ਜਿੰਨਾ ਪ੍ਰਾਪਤ ਕੀਤਾ, ਉਹਨਾਂ ਦੀ ਜਿਹੜੀ ਸੋਭਾ ਹੈ ਉਹ ਜੁਗਾਂ ਜੁਗਾਂ ਦੇ ਵਿੱਚ ਹੁੰਦੀ ਹੈ। ਸੋ ਸਤਿਗੁਰੂ ਰਹਿਮਤ ਕਰਨ, ਸਭਨਾਂ ਉੱਤੇ ਬਖਸ਼ਿਸ਼ ਕਰਨ, ਨਾਮਦਾਨ ਗੁਰਸਿੱਖੀ ਜੀਣ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ